ठीक है। चलो हुण साडा जेह्ड़ा मेन प्रैक्टिकल होगा स्टडी ऑफ लॉजिक गेट्स, ठीक है। इत्थे सब कुछ इंटरनली कनैक्टेड है। लॉजिक गेट 3 है साडे कोल मेन, ठीक है। इन्हां नूं यूज़ करके असीं यूनीवर्सल लॉजिक गेट जिवें नैंड गेट नॉर गेट होंदे वो भी बना लेंदे हैं, इन्हां तो ही बनदे होगी। बट फिलहाल जी साडी कैलकुलेशन होएगी ना, जी वेरीफिकेशन होएगी ट्रुथ टेबल की, वो सिर्फ किहदी होएगी एंड गेट और गेट ते नॉट गेट, कुछ नहीं करना। आज जी सॉलिड का लेयर आने लाइन्स, ਇਹਦਾ मतलब है कि ਆਹ ਵਾਲੀ ਜਿਹੜੀ ਕਨੈਕਸ਼ਨ ਹੈ ਨਾ ਆਲਰੇਡੀ ਅੰਦਰ ਐਂਡ ਗੇਟ ਬਣਿਆ ਸਰਕਟ ਜੁੜਿਆ ਹੋਇਆ। ਐਂਡ ਗੇਟ ਨੂੰ ਅਸੀਂ ਸਿਰਫ ਐਕਸਪੈਕਟਡ ਵੈਰੀਫਾਈ ਕਰਾਂਗੇ, ਪਰ ਜਿਹੜੇ ਸਾਡੇ ਵਾਈਵਾ ਦਾ ਜਿਹੜਾ ਪਹਿਲਾ ਕੁਐਸਚਨ ਆਉਂਦਾ ਨਾ ਉਹ ਕਹਿੰਦੇ ਐਂਡ ਗੇਟ ਬਣਾਉਣਾ ਕਿੱਦਾਂ, ਐਂਡ ਗੇਟ ਬਣੇਗਾ ਕਿੱਦਾਂ। ਉਹ ਬਣਾਉਣ ਸਾਨੂੰ ਯੂਜ਼ ਕਰਨੇ ਡਾਇਓਡਸ, ਔਰ ਗੇਟ ਵੀ ਡਾਇਓਡਸ ਨਾਲ ਬਣਦਾ, ਜਿਹੜਾ ਨੋਟ ਗੇਟ ਹੁੰਦਾ ਟ੍ਰਾਂਜ਼ਿਸਟਰ ਦੇ ਨਾਲ ਬਣਦਾ। ਤੁਸੀਂ ਡਾਇਓਡ ਪੜ੍ਹ ਲਏ ਹੋਣੇ ਆ, ਟ੍ਰਾਂਜ਼ਿਸਟਰ ਵੀ ਪੜ੍ਹੋਗੇ, ਸੋ ਉਹਨਾਂ ਦੀ ਫੰਕਸ਼ਨਿੰਗ ਆਉਣੀ ਚਾਹੀਦੀ ਹੈ। ਤੇ ਜਦੋਂ ਤੁਸੀਂ ਆਪਣੀ ਪ੍ਰੈਕਟੀਕਲ ਨੋਟਬੁੱਕ ਤੇ ਲਿਖੋਗੇ ਨਾ ਪ੍ਰੈਕਟੀਕਲ, ਉਹਦੇ ਵਿੱਚ ਤੁਸੀਂ ਨੈਂਡ ਐਂਡ ਗੇਟ ਤੇ ਔਰ ਗੇਟ ਦੀ ਸਰਕਟ ਡਾਇਗਰਾਮ ਡਰਾ ਕਰਨੀ ਹੈਗੀ ਹੈ, ਜਿਸ 'ਚ ਆਪਾਂ ਕੀ ਯੂਜ਼ ਕਰਨੇ ਡਾਇਓਡ ਕਰਨੇ। ਤੇ ਐਗਜ਼ਾਮਨਰ ਪਹਿਲਾਂ ਇਹ ਪੁੱਛਦਾ ਚਲੋ ਇਹ ਬਣਾ ਤਾਂ ਲਏ, ਵੈਰੀਫਾਈ ਕਰ ਲਏ ਹੈ, ਬਟ ਇਹ ਬਣਦੇ ਕਿੱਦਾਂ। ਹੁਣ ਸਾਡਾ ਕੰਮ ਜਿਹੜਾ ਹੈਗਾ ਉਹ ਬਣਾਉਣ 'ਚ ਨਹੀਂ ਗਾ, ਇਸ ਟਾਈਮ ਸਾਡਾ ਕੰਮ ਮੇਨ ਕੀ ਹੈਗਾ ਇਹਨਾਂ ਦੇ ਟਰੂਥ ਟੇਬਲ ਵੈਰੀਫਾਈ ਕਰਨਾ। ਇਹਨਾਂ ਜਿਹੜੀ ਇਸ ਜਗ੍ਹਾ ਤੋਂ ਆਪਾਂ ਇਨਪੁਟ ਦੇਣੀ ਹੈ ਨਾ, ਉਹ ਦੇਣੀ ਹੈ ਇਸ ਜਗ੍ਹਾ ਤੋਂ। ਇਹ ਦੇਖੋ ਇਨਪੁਟ ਬਣੀ ਹੋਈ ਹੈ ਨਾ, ਇੱਥੇ ਲਿਖਿਆ ਹੋਇਆ ਹਾਈ, ਇੱਥੇ ਕੀ ਲਿਖਿਆ ਹੈ ਲੋ। ਹਾਈ ਦਾ ਮਤਲਬ ਜਿਵੇਂ 5 ਵੋਲਟ ਦੀ ਅਗਰ ਸੈੱਲ ਲੱਗਾ ਹੋਇਆ, ਤੁਸੀਂ ਅਗਰ ਪੋਜ਼ਿਟਿਵ ਟਰਮੀਨਲ ਨਾਲ ਕਨੈਕਟ ਕਰੋਗੇ ਹਾਈ ਹੋਏਗਾ, ਜੇ ਨੈਗੇਟਿਵ ਨਾਲ ਕਰੋਗੇ ਤਾਂ ਕੀ ਕਹੇਗਾ ਹਾਈ ਮੀਨਸ 5 ਵੋਲਟ, ਲੋ ਮੀਨਸ 0 ਵੋਲਟ। ਸੋ ਜਦੋਂ ਤੁਸੀਂ ਆਊਟ ਇਨਪੁਟ ਦੇਣੀ ਹੈਗੀ, ਤੁਹਾਨੂੰ ਇਹਨੂੰ 2 ਇਨਪੁਟ ਦੇਣੀ ਹੈ, ਹੋ ਸਕਦਾ ਦੋਨੋਂ ਇਨਪੁਟ ਕੀ ਹੋਣ 0 0, ਫਿਰ ਕੀ ਹੋਏਗਾ 0 1, ਫਿਰ ਕੀ ਹੋਏਗਾ 1 0 ਤੇ ਲਾਸਟ ਕੀ ਹੋਏਗਾ 1 1। ਅਸੀਂ ਦੇਖਾਂਗੇ ਇਹਨਾਂ ਦੀ ਆਊਟਪੁੱਟ। ਹੁਣ ਕੀ ਕਰਾਂਗੇ, ਮੰਨ ਲਓ ਮੈਨੂੰ ਹੱਲੇ ਕਿਹੜੀ ਦੇ ਰਿਹਾ 0 ਸਪਲਾਈ, ए भी 0 ਤੇ ਆ ਗਈ, ਫਿਰ ਮੈਂ ਜਿਹੜੀ ਦੂਸਰੀ ਸਪਲਾਈ ਕਿਹੜੀ ਹੈਗੀ ਹੈ ਬੀ ਵੀ ਮੇਰੀ ਕਿੱਥੇ ਆ ਗਈ 0 ਤੇ ਆ ਗਈ, ए भी ਦੋਵੇਂ 0 ਤੇ ਲਗਾਤੇ। ਆਊਟਪੁੱਟ ਲੈਣ ਵਾਸਤੇ ਕੀ ਕਰਨਾ ਪਏਗਾ, ਇਹਦਾ ਜਿਹੜਾ ਆਊਟਪੁੱਟ ਹੈ ਉਹ ਕਿੰਨਾ ਕਨੈਕਟ ਕਰਨਾ ਇਹਦੇ ਨਾਲ। ਇਹ ਤਾਂ ਵਾਇਰ ਛੇੜਨੀ ਨਾ, ਇਹ ਲੱਗੀ ਰਹੇਗੀ। ਜੇ ਤਾਂ ਤੁਹਾਡਾ LED ਗਲੋ ਹੁੰਦਾ ਪਿਆ ਮੀਨ ਤੁਹਾਨੂੰ ਹਾਈ ਮਿਲ ਗਈ 1 ਮਿਲ ਗਈ, ਜੇ LED ਗਲੋ ਨਹੀਂ ਹੋ ਰਿਹਾ ਉਹਨੂੰ ਕੀ ਮਿਲ ਰਹੀ। ਹੁਣ ਐਂਡ ਗੇਟ ਦਾ ਬੇਸਿਕ ਮਤਲਬ ਹੁੰਦਾ ਇੰਟਰਸੈਕਸ਼ਨ, ਤੁਸੀਂ ਪੜ੍ਹਿਆ ਮੈਥ ਦੇ ਵਿੱਚ ਕਾਮਨ। ਦੋਨੋਂ ਹੀ ਜਦੋਂ 1 1 ਹੋਣਗੇ ਜਾਂ ਦੋਨੋਂ ਹੀ ਹਾਈ ਹੋਣਗੇ ਤਾਂ ਹੀ ਆਊਟਪੁੱਟ ਆਏਗੀ। ਜੇ ਇੱਕ ਹਾਈ ਹੈ ਦੂਜਾ 0 ਹੈ, ਜਾਂ ਪਹਿਲਾ 0 ਦੂਜਾ 1, ਜਾਂ ਦੂਜਾ 1 ਪਹਿਲਾ 0, ਜਾਂ ਦੋਵੇਂ ਹੀ 0 ਤਾਂ ਆਊਟਪੁੱਟ ਬਸ ਆਹੀ ਦੇਖ ਕੇ ਤੁਸੀਂ 4 ਆਊਟਪੁੱਟ ਤੇ ਬਣਾਉਣੇ। ਟੇਬਲ ਬਣਾਓਗੇ ਉਹਨੂੰ ਕਹਿੰਦੇ ਟਰੂਥ ਟੇਬਲ। ਫਿਰ ਤੁਸੀਂ ਜਿਵੇਂ ਐਂਡ ਗੇਟ ਦਾ ਸਾਰਾ ਬਣਾ ਲਿਆ, ਬਸ ਇਹਨਾਂ ਨੂੰ ਫਿੱਟ ਕਰ ਦੇਣਾ, ਇਹਨਾਂ ਨੂੰ ਬਦਲੀ ਜਾਣਾ। ਮੰਨ ਲਓ ਪਹਿਲੇ ਨੂੰ ਤੁਸੀਂ 1 ਦੇਣਾ, ਇਹ ਤੋਂ ਚੁੱਕ ਕੇ ਇੱਥੇ ਲਾਤਾ, ਫਿਰ ਤੁਸੀਂ ਪਹਿਲੇ ਨੂੰ 0 ਦੇਣਾ ਤੇ ਦੂਜੇ ਨੂੰ 1 ਦੇਣਾ ਤੇ ਇਹਨੂੰ ਲਾ ਦਿਓ, ਦੋਨਾਂ ਨੂੰ 1 ਦੇਣਾ ਤੇ ਇੱਥੇ ਲਾ ਦਿਓ। ਸੋ ਇਹਦਾ ਟਰੂਥ ਟੇਬਲ ਵੈਰੀਫਾਈ ਕਰਾਂਗੇ। ਫਿਰ ਕਿੱਦਾਂ ਕਰਾਂਗੇ ਔਰ ਗੇਟ ਦਾ, ਫਿਰ ਕਿੱਦਾਂ ਕਰਾਂਗੇ ਹੁਣ ਤੁਹਾਨੂੰ ਦੱਸਣਾ ਐਂਡ ਗੇਟ ਕਿੱਥੇ ਕੰਮ ਆਉਂਦਾ। ਐਂਡ ਗੇਟ ਇੱਕ ਤਰ੍ਹਾਂ ਦਾ ਲੌਕ ਸਿਸਟਮ ਹੁੰਦਾ ਹੈਗਾ। ਜੇ ਤੁਸੀਂ ਪਹਿਲੀ ਇਨਪੁਟ ਦਿੱਤੀ I1, ਆਨਸਰ ਨਹੀਂ ਆ ਰਿਹਾ, ਪਰ ਤੁਹਾਨੂੰ ਦੂਜੀ ਇਨਪੁਟ ਵੀ ਦੇਣੀ ਪੈਣੀ ਤਾਂ ਆਨਸਰ ਆਏਗਾ, ਠੀਕ ਹੈ। ਇਹਦਾ ਮਤਲਬ ਸਾਡੇ ਕੋਲ ਸਾਡੇ ਫੋਨ ਦੇ ਵਿੱਚ ਜਾਂ ਕੰਪਿਊਟਰ 'ਚ ਕੁਝ ਕਮਾਂਡਸ ਹੁੰਦੀਆਂ ਜਿਹਦੇ 'ਚ ਸਾਈਮਲਟੇਨੀਅਸਲੀ 2 ਕੀ ਨੱਪਣੀਆਂ ਹੁੰਦੀਆਂ, ਜਿਵੇਂ ਕੰਟਰੋਲ ਕਰਨਾ, ਕਾਪੀ ਕਰਨਾ। ਕਿੱਦਾਂ ਕਰਦਾ ਕੰਪਿਊਟਰ ਕੀਬੋਰਡ ਦੇ ਕੰਟਰੋਲ ਪਲੱਸ, ਸੋ ਕੰਟਰੋਲ ਤੇ C ਜਦੋਂ ਹੋਏਗਾ ਤਾਂ ਇਹ ਵਾਲਾ ਐਂਡ ਗੇਟ ਐਕਟੀਵੇਟ ਹੋ ਜਾਏਗਾ ਤੇ ਉਹ ਕਾਪੀ ਕਰ ਦੇਗਾ ਕਮਾਂਡ। ਤੇ ਜੇ ਕੰਟਰੋਲ ਪਲੱਸ V ਕਰਾਂਗੇ ਤਾਂ ਕੀ ਹੋਏਗਾ। ਸੋ ਜਿੰਨਾ ਸਾਡਾ ਕੀਬੋਰਡ ਦੀ ਫੰਕਸ਼ਨਿੰਗ ਹੈਗੀ ਹੈ ਉਹ ਸਭ ਕਿਹਦੇ ਉੱਤੇ ਬੇਸਡ ਹੈਗੀ ਹੈ, ਸਾਡਾ ਫੋਨ ਚੱਲ ਰਿਹਾ ਲੌਜਿਕ ਗੇਟ ਦੇ ਉੱਪਰ ਚੱਲ ਰਿਹਾ, ਹਰ ਚੀਜ਼ ਲੌਜਿਕ ਗੇਟ ਦੇ ਉੱਪਰ ਬੇਸਡ ਹੈ। ਔਰ ਗੇਟ ਕੀ ਕਹਿੰਦਾ, ਕੋਈ ਵੀ ਇਨਪੁਟ ਆ ਗਈ ਆਊਟਪੁੱਟ ਮਿਲਣੀ ਹੀ ਮਿਲਣੀ ਹੈ, ਸਿਰਫ 0 0 ਤੇ ਕੁਝ ਨਹੀਂ ਮਿਲਣਾ। ਹੁਣ ਇਹਦੀ ਐਗਜ਼ਾਮਪਲ ਸਾਡੇ ਫਾਸਟਵੇਅਰ ਦਾ ਜਿਹੜਾ TV ਦਾ ਰਿਮੋਟ ਕੰਟਰੋਲ ਹੁੰਦਾ, ਜਿਹੜਾ ਮਰਜ਼ੀ ਬਟਨ ਨੱਪ ਦਿਓ ਅੱਗੇ ਯੈਲੋ ਲਾਈਟ ਗਲੋ ਹੁੰਦੀ। ਇਹਦਾ ਮਤਲਬ ਚੈਨਲ ਹਰ ਬਟਨ ਤੋਂ ਅਲੱਗ-ਅਲੱਗ, ਹਰ ਬਟਨ ਦਾ ਅਲੱਗ-ਅਲੱਗ ਫੀਚਰ ਹੈ, ਬਟ ਹਰ ਬਟਨ ਦਾ ਕਨੈਕਸ਼ਨ LED ਨਾਲ ਲੱਗਾ ਹੋਇਆ। ਤੁਸੀਂ ਇੱਕ ਵੀ ਇਨਪੁਟ ਦੇਤੀ ਨਾ ਦੋਵਾਂ ਚੋਂ, ਤੁਹਾਨੂੰ ਆਊਟਪੁੱਟ ਮਿਲ ਜਾਏਗੀ। ਅਸੀਂ ਹੁਣ ਜਿਹੜੇ ਔਰ ਗੇਟ ਪੜ੍ਹਦੇ ਪਏ, ਕਿੰਨੀ ਸਪਲਾਈ ਪੜ੍ਹਦੇ ਪਏ ਨੇ 2। ਇਹ ਔਰ ਗੇਟ ਦੀ 100 ਸਪਲਾਈ ਵੀ ਹੋ ਸਕਦੀ ਹੈ। ਹੁਣ ਰਿਮੋਟ ਕੰਟਰੋਲ ਤੁਹਾਡੇ ਅਰਾਊਂਡ 20 ਬਟਨਸ ਹੈਗੇ, 20 ਦੇ 20 ਬਟਨਸ ਕੋਈ ਔਰ ਗੇਟ ਨਾਲ ਜੁੜੇ ਹੋਏ ਆ। ਉਹ ਔਰ ਗੇਟ ਸਾਡੇ TV ਦੀ LED ਹੈਗੀ ਉਹ ਜਿਹੜੀ ਰਿਮੋਟ ਕੰਟਰੋਲ ਦੀ। 20 ਚੋਂ ਕਿਸੇ ਨੂੰ ਇੱਕ ਵੀ ਇਨਪੁਟ ਮਿਲ ਜਾਵੇ ਆਊਟਪੁੱਟ ਆਉਣੀ ਆਉਂਦੀ, ਠੀਕ ਹੈ। ਤਾਂ ਸਾਡੇ ਜਿੰਨੇ ਵੀ ਡਿਜੀਟਲ ਇੰਸਟਰੂਮੈਂਟਸ ਹੈਗੇ ਆ ਸਭ ਕਿਹਦੇ ਉੱਤੇ ਬੇਸਡ ਹੈ। ਤੇ ਲਾਸਟ ਤੋਂ ਇੰਪੋਰਟੈਂਟ ਇਹਨੂੰ ਕਹਿੰਦੇ ਇਨਵਰਟਰ ਸਰਕਟ। ਕੀ ਕਹਿੰਦਾ ਇਹਨੂੰ, ਜੇ ਇਨਪੁਟ ਹਾਈ ਹੋਏਗੀ ਤੇ ਆਊਟਪੁੱਟ ਲੋ, ਤੇ ਜੇ ਇਨਪੁੱਟ ਲੋ ਹੋਏਗੀ ਤੇ ਆਊਟਪੁੱਟ ਇਹ ਹੈਗਾ ਸਾਡਾ ਆਟੋਮੈਟਿਕ ਸਵਿਚ। ਆਟੋਮੈਟਿਕ ਸਵਿਚ ਕਿਹੜਾ ਹੁੰਦਾ, ਜਿਹੜਾ ਆਪਣੇ ਆਪ ਚੱਲੇ। ਲਾਈਟ ਜਾਏਗੀ ਸਾਡੇ ਘਰ, ਇਨਵਰਟਰ ਆਪਣੇ ਆਪ ਔਨ ਹੋ ਜਾਂਦਾ, ਲਾਈਟ ਆਉਂਦੀ ਤੇ ਇਨਵਰਟਰ ਕੀ ਹੁੰਦਾ ਬੰਦ ਹੋ ਜਾਂਦਾ। ਉਹ ਕਿੱਥੇ ਵਰਕ ਕਰਦਾ, ਇਨਵਰਟਰ ਸਰਕਟ। ਸੋ ਜਿੱਥੇ ਤੇ ਮੈਨੂਅਲ ਸਵਿਚ ਹੈ ਸਾਡੇ ਕੋਲ, ਇਸ ਰੂਮ 'ਚ ਸਾਰੇ ਮੈਨੂਅਲ ਗਿਆ, ਆਪ ਔਨ ਕਰਦੇ ਆ ਆਪ ਆਫ ਕਰਦੇ ਆ।
ਇੱਕ ਆਰਓ ਦੇ ਵਿੱਚ ਆਟੋ ਕੱਟ ਲੱਗਾ ਹੁੰਦਾ, ਆਪੇ ਆਰਓ ਭਰਦਾ ਬੰਦ ਹੋ ਜਾਂਦਾ, ਉੱਥੇ ਵੀ ਕਿਹੜਾ ਸਰਕਟ ਲੱਗਾ ਹੋਇਆ, ਨਾਟ ਗੇਟ। ਸੋ ਇਹ ਬੜੇ ਇੰਪੋਰਟੈਂਟ ਚੀਜ਼ਾਂ ਹੈਗੀਆਂ, ਠੀਕ ਹੈ। ਸੋ ਫਿਜ਼ਿਕਸ ਦੇ ਵਿੱਚ ਜਿਹੜੇ ਇਨਸਟਰੂਮੈਂਟਸ ਆਉਂਦੇ ਆ ਨਾ ਸਾਰੇ ਮੋਸਟਲੀ ਜਿੰਨੇ ਵੀ ਅਸੀਂ ਗੈਜਟਸ ਦੇਖ ਰਹੇ ਆਲੇ ਦੁਆਲੇ ਡਿਜੀਟਲ ਗੈਜਟ ਸਾਰੇ ਕਿਤੇ ਬੇਸਡ ਹੈ ਲੌਜਿਕ ਗੇਟ ਦੇ ਉੱਪਰ ਬੇਸਡ, ਠੀਕ ਹੈ। ਬਸ ਇੰਨਾ ਕੰਮ ਕਰਨਾ ਤੇ ਵਾਈਵਾ ਦੇ ਤੁਹਾਨੂੰ ਇਹਨਾਂ ਦੇ ਕੱਲੇ ਦਾ ਸਰਕਟ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਕਿਹੜੇ ਡਾਇਓਡ ਲੱਗੇ ਤੇ ਕਿੱਦਾਂ ਲੱਗੇ ਹੈ, ਫਾਰਵਰਡ ਕਰਨੇ ਆ ਕਿ ਰਿਵਰਸ ਕਰਨੇ ਆ, ਇਹਦੇ ਵਿੱਚ ਕੀ ਕਰਨਾ ਹੈ। ਇਹ 'ਚ ਡਾਇਓਡ ਨਹੀਂ ਲਗਾਇਆ, ਕੀ ਲਗਾਇਆ, ਟਰਾਂਜ਼ਿਸਟਰ। ਤੇ ਟਰਾਂਜ਼ਿਸਟਰ ਨੂੰ ਜੇ ਅਸੀਂ ਫਾਰਵਰਡ ਬਾਇਸ ਕਿਹੜੀ ਜੰਕਸ਼ਨ ਕਰਾਂਗੇ, ਕੀਤਾ ਲੈ ਟਰਾਂਜ਼ਿਸਟਰ ਵਾਲੇ ਡਾਇਓਡ ਸੇ ਪਹੁੰਚੇ ਹੋਣੇ ਨਾ, ਡਾਇਓਡ ਤੋਂ ਬਾਅਦ ਉੱਤੇ ਆਓਗੇ, ਠੀਕ ਹੈ। ਬਸ ਇੰਨਾ ਤੁਸੀਂ ਕੰਪਲੀਟ ਕਰਨਾ ਪ੍ਰੈਕਟੀਕਲ 'ਚ, ਠੀਕ ਹੈ।